ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ। ਮੁਖ ਊਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਣੀ ਮਹੱਲਾ ਪੰਜਵਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਮਾਨ ਕਾਮਨਾ ਤੀਰਥ ਦੇ ਛੁਟੈ, ਗਰਭ ਗਮਾਨ ਨ ਮਨ ਤੇ ਹੁਟੈ। ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ। ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗਮਾਨ ਨ ਮਨ ਤੇ ਹੁਟੈ। ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ। ਇਸ ਦੇਹੀ ਕੋ ਬਹੁ ਸਾਧ ਨਾ ਕਰੈ, ਮਨ ਤੇ ਕਬਹੂ ਨਾ ਵਿਖਿਆ ਟਰੈ। ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਭੀਤ। ਮਾਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ। ਮਾਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ ਸੁਖਮਣੀ ਸਾਹਿਬ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ 265 ਅੰਗ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਬਾਣੀ ਦੁਆਰਾ। ਮਨ ਕਾਮਨਾ ਤੀਰਥ ਦੇ ਛੁਟੈ। ਮਹਾਰਾਜ ਜੀ ਕਹਿਣ ਲੱਗੇ, ਭਾਵੇਂ ਮਨ ਦੇ ਵਿੱਚ ਹਿਰਦੇ ਵਿੱਚ ਕਾਮਨਾ ਹੁੰਦਾ, ਇੱਛਾ ਹੋਵੇ ਕਿ ਤੀਰਥ ਦੇ ਛੁਟੈ, ਕਿ ਤੀਰਥ ਤੇ ਇਹ ਦੇਹੀ ਇਹ ਸਰੀਰ ਛੁੱਟ ਜਾਏਗੀ। ਮਨ ਕਾਮਨਾ, ਭਾਵੇਂ ਮਨ ਦੇ ਵਿੱਚ ਹਿਰਦੇ ਵਿੱਚ ਕਾਮਨਾ ਹੋਵੇ, ਇੱਛਾ ਹੋਵੇ ਕਿ ਤੀਰਥ ਦੇ ਛੁਟੈ, ਤੀਰਥ ਤੇ ਇਹ ਸਰੀਰ ਛੁੱਟ ਜਾਏਗਾ, ਤੀਰਥਾਂ ਤੇ ਨਹਾਉਣ ਨਾਲ ਛੁਟਕਾਰਾ ਹੋ ਜਾਏਗਾ। ਪਰ ਇਹ ਸੰਭਵ ਨਹੀਂ ਕਿ ਤੀਰਥਾਂ ਤੇ ਜਾਣ ਦੇ ਨਾਲ ਇਸ ਸਰੀਰ ਦਾ ਛੁਟਕਾਰਾ ਹੋ ਜਾਏਗਾ, ਕਿਉਂਕਿ ਭਾਵੇਂ ਮਨ ਕਾਮਨਾ ਮਨੀ ਕਰਨ ਤੀਰਥ ਉੱਤੇ ਸਰੀਰ ਛੁੱਟ ਜਾਵੇ। ਜਿਵੇਂ ਪਾਰਵਤੀ ਦੀ ਮਣੀ ਗੁਆਚ ਗਈ ਸੀ, ਸ਼ਿਵ ਜੀ ਨੇ ਸੇਖ ਨਾਗ ਪਾਸੋਂ ਮੰਗਾਈ ਸੀ,
ਇਉਂ ਉਸ ਜਗ੍ਹਾ ਨੂੰ ਮਨੀਕਰਨ ਤੀਰਥ ਮੰਨਿਆ ਗਿਆ ਹੈ। ਗਰਭ ਗਵਾਨ ਨਾ ਮਨ ਤੇ ਹੁਟੈ, ਜੋ ਪੁਰਸ਼ ਨੂੰ ਦੇਹ ਦਾ ਗਰਭ, ਦੇਹ ਦਾ ਹੰਕਾਰ ਤੇ ਸਾਧਨਾ ਦਾ ਅਭਿਮਾਨ ਹੰਕਾਰ ਹੈ, ਉਹ ਮਨ ਤੋਂ ਹਟਦਾ ਨਹੀਂ। ਮਨ ਤੋਂ ਉਹ ਗਰਭ ਗਵਾਨ ਹੈ ਜਿਹੜਾ ਹਿਰਦੇ ਤੋਂ ਹੂਟੈ, ਹਟਦਾ ਨਹੀਂ ਕਿ ਹੰਕਾਰ ਹੀ ਰਹਿੰਦਾ ਹੈ। ਸੋਚ ਕਰੈ ਦਿਨਸ ਅਰ ਰਾਤ, ਭਾਵੇਂ ਦਿਨਸ ਰਾਤ, ਦਿਨ ਤੇ ਰਾਤ ਸਰੀਰ ਦੀ ਸੋਚ ਹੁੰਦੀ ਹੈ, ਪਵਿੱਤਰਤਾ ਕਰਦਾ ਰਹੇ। ਸੋਚ ਕਰੈ ਦਿਨਸ ਅਰ ਰਾਤ, ਇਹ ਜੀਵ ਭਾਵੇਂ ਦਿਨ ਤੇ ਰਾਤ ਸਰੀਰ ਦੀ ਸੋਚ ਪਵਿੱਤਰਤਾ ਕਰਦਾ ਰਹੇ। ਪਰ ਮਨ ਕੀ ਮੈਲ ਨਾ ਤਨ ਤੇ ਜਾਤ, ਪਰ ਮਨ ਦੀ ਅੰਤਸ ਕਰਨ ਦੀ ਹਿਰਦੇ ਦੀ ਪਾਪਾਂ ਰੂਪੀ ਮੈਲ, ਤਨ ਤੇ ਜਾਤ, ਤਨ ਹੁੰਦਾ ਸਰੀਰ, ਸਰੀਰ ਦੇ ਧੋਤਿਆਂ ਤੋਂ ਇਹ ਨਹੀਂ ਜਾਂਦੀ। ਕਿਤਨੇ ਵੀ ਤੀਰਥਾਂ ਤੇ ਇਸ਼ਨਾਨ ਕਰਦਾ ਰਹੇ, ਜਿਹੜੇ ਮਨ ਨੂੰ ਵਿਕਾਰਾਂ ਦੀ ਮੈਲ ਲੱਗ ਗਈ, ਇਹ ਤੀਰਥਾਂ ਤੇ ਨਹੀਂ ਲੈਂਦੀ। ਇਸ ਦੇਹੀ ਕੋ ਬਹੁ ਸਾਧਨਾ ਕਰੈ, ਭਾਵੇਂ ਕੋਈ ਇਸ ਦੇਹੀ ਇਸ ਸਰੀਰ ਨੂੰ ਕਸ਼ਟ ਦੇ ਕੇ ਬਹੁਤ ਸਾਧਨਾ ਕਰ ਲਵੇ। ਜਲ ਧਾਰੇ ਧਾਰ ਲੈ, ਧੂਣੀਆਂ ਤਾਪ ਲੈ, ਪੁੱਠਾ ਲਟਕ ਲੈ, ਪਰ ਫੇਰ ਵੀ ਮਨ ਤੇ ਕਬਹੂ ਨਾ ਵਿਖਿਆ ਟਰੈ। ਫੇਰ ਵੀ ਮਨ ਹਿਰਦੇ ਤੇ ਕਬਹੂ ਕਦੇ ਵਿਸ਼ਿਆਂ ਦੀ ਮੈਲ ਨਹੀਂ ਲੈਂਦੀ। ਵਿਸ਼ਿਆਂ ਦੀ ਮੈਲ ਨਹੀਂ ਟਰੈ, ਟਲਦੀ, ਕਿ ਉਹ ਵਿਸ਼ਿਆਂ ਦੀ ਮੈਲ ਲੱਗੀ ਹੀ ਰਹਿੰਦੀ ਹੈ। ਭਾਵੇਂ ਦਿਨ ਰਾਤ ਸਰੀਰ ਦੀ ਪਵਿੱਤਰਤਾ ਕਰਦਾ ਰਹੇ, ਸਰੀਰ ਨੂੰ ਨਮਾਉਂਦਾ ਰਹੇ। ਮਨ ਕੀ ਮੈਲ ਨਾ ਤਨ ਤੇ ਜਾਤ, ਨਹਾਉਣ ਦੇ ਨਾਲ ਮਨ ਦੀ ਪਾਪਾਂ ਰੂਪੀ ਮੈਲ ਸਰੀਰ ਦੇ ਧੋਤਿਆਂ ਤੋਂ ਨਹੀਂ ਜਾਂਦੀ। ਇਸ ਦੇਹੀ ਕੋ ਬਹੁ ਸਾਧਨਾ ਕਰੈ, ਭਾਵੇਂ ਕੋਈ ਇਸ ਦੇਹੀ ਇਸ ਸਰੀਰ ਨੂੰ ਕਸ਼ਟ ਦੇ ਕੇ ਬਹੁਤ ਸਾਧਨਾ ਕਰ ਲਵੇ, ਪਰ ਮਨ ਤੇ ਕਬਹੂ ਨਾ ਵੇਖਿਆ ਟਰੈ। ਪਰ ਫਿਰ ਵੀ ਮਨ ਤੋਂ, ਹਿਰਦੇ ਤੋਂ ਕਦੇ ਵੀ ਵਿਸ਼ਿਆਂ ਦੀ ਮੈਲ ਨਹੀਂ ਟਲਦੀ। ਜਲ ਧੋਵੈ ਬਹੁ ਦੇਹ ਅਨੀਤ, ਭਾਵੇਂ ਅਨੀਤ ਅਨਿਤ ਬਿਨਸਨਹਾਰ ਦੇਹ ਨੂੰ, ਬਿਨਸਨਹਾਰ ਸਰੀਰ ਨੂੰ ਬਹੁਤੇ ਜਲ ਬਹੁਤੇ ਪਾਣੀ ਨਾਲ ਧੋਂਦਾ ਰਹੇ। ਜਲ ਧੋਵੈ ਬਹੁ ਦੇਹ ਅਨੀਤ, ਭਾਵੇਂ ਅਨੀਤ ਨਿਤ ਬਿਨਸਨਹਾਰ ਦੇਹ ਸਰੀਰ ਨੂੰ ਬਹੁਤੇ ਜਲ ਨਾਲ ਬਹੁਤੇ ਪਾਣੀ ਨਾਲ ਧੋਂਦਾ ਰਹੇ। ਜਿਵੇਂ ਸੁੱਧ ਕਹਾਂ ਹੋਏ ਕਾਚੀ ਭੀਤ, ਜਿਵੇਂ ਕਾਚੀ ਕੱਚੀ ਕੰਧ ਭੀਤ ਤੇ ਪਾਣੀ ਪਾਈਏ ਤਾਂ ਮਿੱਟੀ ਹੀ ਨਿਕਲਦੀ ਹੈ। ਸੁੱਧ ਕਹਾਂ ਹੋਏ ਕਾਚੀ ਭੀਤ, ਜਿਵੇਂ ਕਾਚੀ ਕੱਚੀ ਭੀਤ ਕੰਧ ਤੇ ਪਾਣੀ ਪਾਈਏ ਤਾਂ ਮਿੱਟੀ ਹੀ ਨਿਕਲਦੀ ਹੈ। ਸੁੱਧ ਕਹਾਂ ਹੋਏ, ਕਿ ਸੁੱਧ ਕਹਾਂ ਕਿੱਥੋਂ ਹੋਵੇਗੀ। ਕੱਚੀ ਕੰਧ 'ਤੇ ਜੇ ਪਾਣੀ ਪਾਈ ਜਾਈਏ ਉਹ ਸਾਫ਼ ਨਹੀਂ ਹੁੰਦੀ, ਉਸ 'ਚੋਂ ਗਾਰਾ ਹੀ ਨਿਕਲਦਾ ਰਹਿੰਦਾ ਹੈ। ਇਸੇ ਪ੍ਰਕਾਰ ਜੋ ਦੇਹ ਅਧਿਆਸ ਵਾਲੀ ਕੱਚੀ ਭੀਤ ਕੱਚੀ ਕੰਧ ਹੈ, ਉਹ ਦੇਹ ਅਭਿਮਾਨ ਤੋਂ ਰਹਿਤ ਹੋ ਕੇ ਕਿੱਥੇ ਖਾਲਸ ਹੋਵੇਗੀ, ਕਿੱਥੇ ਸੁੱਧ ਹੋਵੇਗੀ। ਮਨ ਹਰ ਕੇ ਨਾਮ ਕੀ ਮਹਿਮਾ ਊਚ। ਮਹਾਰਾਜ ਜੀ ਕਹਿਣ ਲੱਗੇ, ਹੇ ਮੇਰੇ ਪਿਆਰੇ ਮਨਾ, ਹਰੀ ਵਾਹਿਗੁਰੂ ਦੇ ਨਾਮ ਦੀ ਮਹਿਮਾ ਵਡਿਆਈ ਸਭ ਤੋਂ ਉੱਚੀ ਹੈ। ਨਾਨਕ ਨਾਮ ਉਧਰੇ ਪਤਤ ਬਹੁ ਮੂਚ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦਾ ਪਵਿੱਤਰ ਨਾਮ ਜਪ ਕੇ ਬਹੁਤੇ ਮੂਚ ਬਹੁਤੇ ਵਿਸਥਾਰ ਵਾਲੇ ਪਾਪੀ ਵੀ ਉਧਰੇ ਹਨ, ਤਰ ਗਏ ਹਨ। ਮਨ ਹਰ ਕੇ ਨਾਮ ਕੀ ਮਹਿਮਾ ਊਚ। ਹੇ ਮੇਰੇ ਮਨਾ, ਹਰੀ ਵਾਹਿਗੁਰੂ ਦੇ ਨਾਮ ਦੀ ਮਹਿਮਾ ਵਡਿਆਈ ਸਭ ਤੋਂ ਉੱਚੀ ਹੈ। ਨਾਨਕ ਨਾਮ ਉਧਰੇ ਪਤਤ ਬਹੁ ਮੂਚ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਪਰਮੇਸ਼ਰ ਦਾ ਨਾਮ ਜਪ ਕੇ ਬਹੁਤੇ ਮੂਚ ਵਿਸਥਾਰ ਵਾਲੇ ਪਾਪੀ ਵੀ ਤਰ ਗਏ ਹਨ।
ਬਹੁਤ ਸਿਆਣਪ ਜਮ ਕਾ ਭਉ ਵਿਆਪੈ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਕਿ ਬਹੁਤੀ ਸਿਆਣਪ ਕਰਕੇ ਵੀ, ਬਹੁਤੀ ਅਕਲ ਕਰਨ ਕਰਕੇ ਵੀ ਜਮਾਂ ਦਾ ਡਰ ਵਿਆਪਦਾ ਭਾਵ ਲੱਗਦਾ ਰਹਿੰਦਾ ਹੈ। ਕਿਤਨੀ ਵੀ ਇਹ ਜੀਵ ਸਿਆਣਪ ਕਰੀ ਜਾਵੇ, ਅਕਲ ਨਾਲ ਸੋਚਦਾ ਰਹੇ, ਤਾਂ ਵੀ ਜਮਾਂ ਦਾ ਭਉ, ਜਮਾਂ ਦਾ ਡਰ ਵਿਆਪਦਾ ਹੈ, ਭਾਵ ਲੱਗਦਾ ਰਹਿੰਦਾ ਹੈ। ਅਨਕ ਜਤਨ ਕਰ ਤ੍ਰਿਸ਼ਨਾ, ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ। ਅਨਕ ਅਨੇਕਾਂ ਯਤਨ ਤਰੀਕਿਆਂ ਕਰਕੇ, ਅਨੇਕਾਂ ਤਰੀਕਿਆਂ ਕਰਕੇ, ਤ੍ਰਿਸ਼ਨ ਹੁੰਦਾ ਲਾਲਚ ਵੱਲੋਂ, ਧਰਾਪੈ ਤ੍ਰਿਪਤੀ ਨਹੀਂ ਹੁੰਦੀ। ਬਹੁਤੀ ਸਿਆਣਪ ਕਰਕੇ ਜਮਾਂ ਦਾ ਡਰ ਵਿਆਪਦਾ ਰਹਿੰਦਾ ਹੈ ਅਤੇ ਅਨੇਕਾਂ ਯਤਨ ਤਰੀਕਿਆਂ ਕਰਕੇ ਲਾਲਚ ਵੱਲੋਂ ਤ੍ਰਿਪਤੀ ਨਹੀਂ ਹੁੰਦੀ, ਰੱਜ ਨਹੀਂ ਆਉਂਦਾ। ਭੇਖ ਅਨੇਕ ਅਗਨ ਨਹੀਂ ਬੂਝੈ। ਅਨੇਕਾਂ ਭੇਖ, ਅਨੇਕਾਂ ਲਿਬਾਸ ਧਾਰਨ ਕਰਕੇ ਤ੍ਰਿਸ਼ਨਾ ਦੀ ਆਗਨ, ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ। ਕੋਟ ਉਪਾਵ ਦਰਗਹਿ ਨਹੀਂ ਸਿੱਝੈ। ਕਰੋੜਾਂ ਉਪਾਅ, ਕਰੋੜਾਂ ਯਤਨ ਕੀਤਿਆਂ ਦਰਗਾਹ ਦੇ ਵਿੱਚ, ਪਰਲੋਕ ਦੇ ਵਿੱਚ ਸਿੱਝੈ ਹੁੰਦਾ ਛੁਟਕਾਰਾ ਨਹੀਂ ਹੋਣਾ, ਭਾਵ ਮੁਕਤੀ ਨਹੀਂ ਮਿਲਣੀ। ਛੂਟਸ ਨਾਹੀ ਊਬ ਪਿਆਲ। ਊਬ ਉੱਪਰ ਆਕਾਸ਼ ਵਿੱਚ ਤੇ ਨੀਵੇਂ ਪਿਆਲ ਪਤਾਲ ਵਿੱਚ ਜਾਣ ਕਰਕੇ ਵੀ ਛੁਟਕਾਰਾ ਨਹੀਂ ਹੋਣਾ। ਇਸੇ ਕਰਕੇ ਮੋਹੇ ਵਿਆਪੇ ਮਾਇਆ ਜਾਲ, ਕਿ ਇਸ ਮਾਇਆ ਕਰਕੇ ਮੋਹ ਰੂਪੀ ਜਾਲ, ਮੋਹ ਰੂਪੀ ਫਾਹੀ ਵਿੱਚ ਜੀਵ ਵਿਆਪੇ ਹੁੰਦਾ ਫਸ ਰਹੇ ਹਨ। ਕਿ ਊਬ ਛੂਟਸ ਨਾਹੀ ਊਬ ਪਿਆਲ, ਊਬ ਉੱਪਰ ਆਕਾਸ਼ ਵਿੱਚ ਤੇ ਨੀਵੇਂ ਪਿਆਲ ਪਤਾਲ ਵਿੱਚ ਜਾਣ ਕਰਕੇ ਵੀ ਛੁਟਕਾਰਾ ਨਹੀਂ ਹੋਣਾ। ਮੋਹੇ ਵਿਆਪੇ ਮਾਇਆ ਜਾਲ, ਇਸ ਮਾਇਆ ਕਰਕੇ ਮੋਹ ਰੂਪੀ ਫਾਹੀ, ਮੋਹ ਰੂਪੀ ਜਾਲ ਵਿੱਚ ਜੀਵ ਵਿਆਪਿਆ ਰਹਿੰਦਾ ਹੈ, ਫਸਿਆ ਰਹਿੰਦਾ ਹੈ। ਆਵਰ ਕਰਤੂਤ ਸਗਲੀ ਜਮ ਡਾਨੈ। ਮਹਾਰਾਜ ਜੀ ਕਹਿਣ ਲੱਗੇ ਜਿੰਨੀ ਮਰਜ਼ੀ ਆਵਰ ਹੋਰ ਕਰਤੂਤ ਕਰਨੀ ਕਰ ਲਵੇ, ਫੇਰ ਵੀ ਸਗਲੀ ਸਾਰੀਆਂ ਵਿੱਚ ਜਮਾਂ ਦਾ ਦੰਡ ਮਿਲਦਾ ਹੈ। ਆਵਰ ਕਰਤੂਤ ਸਗਲੀ ਜਮ ਡਾਨੈ। ਜਿੰਨੀ ਮਰਜ਼ੀ ਹੋਰ ਕਰਤੂਤ ਕਰਨੀ ਕਰ ਲਵੇ, ਫੇਰ ਵੀ ਸਾਰੀਆਂ ਕਰਨੀਆਂ ਦੇ ਵਿੱਚ ਜਮਾਂ ਦਾ ਡਰ ਮਿਲੇਗਾ। ਗੋਬਿੰਦ ਭਾਜਨ ਬਿਨ ਤਿਲ ਨਹੀਂ ਮਾਨੈ। ਪਰਲੋਕ ਵਿੱਚ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਭਜਨ ਸਿਮਰ ਤੋਂ ਬਗੈਰ ਹੋਰ ਕਰਮਾਂ ਧਰਮਾਂ ਦਾ ਤਿਲ ਮਾਤਰ, ਰੰਚਕ ਮਾਤਰ ਵੀ ਨਹੀਂ ਮੰਨਿਆ ਜਾਣਾ। ਕਿੰਨੇ ਵੀ ਕਰਮਾਂ ਧਰਮਾਂ ਨੂੰ ਕਰ ਲਵੇ ਕਿ ਪਰਮੇਸ਼ਰ ਦੇ ਭਜਨ ਸਿਮਰਨ ਕਰੇ ਤੋਂ ਬਗੈਰ ਕਰਮਾਂ ਧਰਮਾਂ ਦਾ ਰੰਚਕ ਮਾਤਰ ਵੀ ਮੰਨਿਆ ਨਹੀਂ ਜਾਣਾ। ਤੇ ਕਿੰਨੇ ਵੀ ਕਰਮ ਧਰਮ ਕਰੀ ਜਾਵੇ, ਪਰਮੇਸ਼ਰ ਦਾ ਨਾਮ ਜਪੇ ਤੋਂ ਬਗੈਰ ਹਰ ਕਾ ਨਾਮ ਜਪਤ ਦੁਖ ਜਾਏ। ਹਰੀ ਵਾਹਿਗੁਰੂ ਦਾ ਨਾਮ ਜਪਣ ਕਰਕੇ ਜਨਮਾਂ ਜਨਮਾਤਰਾਂ ਦੇ ਦੁੱਖ ਚਲੇ ਜਾਂਦੇ ਹਨ। ਨਾਨਕ ਬੋਲੇ ਸਹਿਜ ਸੁਭਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦਾ ਸੋ ਭਾਏ, ਸੋ ਸ੍ਰੇਸ਼ਟ ਭਾਏ ਪ੍ਰੇਮ ਨਾਲ ਨਾਮ ਦਾ ਬੋਲੇ ਉਚਾਰਨ ਕਰਕੇ ਸੁਤੇ ਸਿੱਧ ਹੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਹਰੀ ਵਾਹਿਗੁਰੂ ਦਾ ਨਾਮ ਜਪਣ ਕਰਕੇ ਜਨਮਾਂ ਜਨਮਾਤਰਾਂ ਦੇ ਦੁੱਖ ਚਲੇ ਜਾਂਦੇ ਹਨ। ਨਾਨਕ ਬੋਲੇ ਸਹਿਜ ਸੁਭਾਏ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਪਰਮੇਸ਼ਰ ਦਾ ਸੁਭਾਏ ਸੋ ਸ੍ਰੇਸ਼ਟ ਭਾਏ ਪ੍ਰੇਮ ਨਾਲ ਨਾਮ ਦਾ ਉਚਾਰਨ ਕਰਕੇ ਸੁਤੇ ਸਿੱਧ ਹੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਚਾਰ ਪਦਾਰਥ ਜੇ ਕੋ ਮੰਗੈ
ਸਾਧ ਜਨਾਂ ਕੀ ਸੇਵਾ ਲਾਗੈ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ, ਜਿਹੜਾ ਕੋਈ ਜੀਵ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਮੰਗਦਾ ਹੈ, ਸਾਧ ਜਨਾਂ ਕੀ ਸੇਵਾ ਲਾਗੈ, ਉਹ ਸਾਧ ਸ੍ਰੇਸ਼ਟ ਜਨਾਂ ਦੀ ਸੇਵਾ ਦੇ ਵਿੱਚ ਟਹਿਲ ਦੇ ਵਿੱਚ ਲੱਗਣਾ ਕਰੇ। ਚਾਰ ਪਦਾਰਥ ਜੇ ਕੋ ਮੰਗੈ, ਜਿਹੜਾ ਕੋਈ ਜੀਵ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਮੰਗਦਾ ਹੈ, ਉਹ ਸ੍ਰੇਸ਼ਟ ਜਨਾਂ ਦੀ ਸੇਵਾ ਵਿੱਚ ਟਹਿਲ ਵਿੱਚ ਲੱਗਣਾ ਕਰੇ। ਜੇ ਕੋ ਆਪਣਾ ਦੁੱਖ ਮਿਟਾਵੈ, ਜਿਹੜਾ ਕੋਈ ਆਪਣੇ ਮਨ ਬਾਣੀ ਸਰੀਰ ਦਾ ਦੁੱਖ ਮਿਟਾਉਣਾ ਚਾਹੁੰਦਾ ਹੈ। ਜੇ ਕੋ ਆਪਣਾ ਦੁੱਖ ਮਿਟਾਵੈ, ਜੇ ਜਿਹੜਾ ਕੋਈ ਆਪਣੇ ਮਨ ਦਾ ਬਾਣੀ ਬੋਲਣ ਦਾ ਤੇ ਸਰੀਰ ਦਾ ਦੁੱਖ ਦਰਦ ਮਿਟਾਉਣਾ ਚਾਹੁੰਦਾ ਹੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਉਹ ਸਭ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਸਾਧ ਹੁੰਦਾ ਹਮੇਸ਼ਾ ਹਿਰਦੇ ਵਿੱਚ ਗਾਉਣਾ ਕਰੇ, ਤਾਂ ਮਨ ਦਾ ਵੀ ਜਿਹੜਾ ਦਰਦ ਹੈ, ਬਾਣੀ ਬੋਲਣ ਦਾ ਵੀ ਜਿਹੜਾ ਸੁਭਾਅ ਹੈ ਉਹ ਵੀ ਬਦਲ ਜਾਂਦਾ ਹੈ, ਸਰੀਰ ਦਾ ਵੀ ਦੁੱਖ ਹੈ ਜਿਹੜਾ ਉਹ ਦੂਰ ਹੋ ਜਾਂਦਾ ਹੈ। ਹਰ ਹਰ ਨਾਮ ਹਿਰਦੈ ਸਦ ਗਾਵੈ, ਕਿ ਉਹ ਸਭ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਹਮੇਸ਼ਾ ਹਿਰਦੇ ਵਿੱਚ ਗਾਉਣਾ ਕਰੇ, ਤਾਂ ਮਨ ਦਾ ਬਾਣੀ ਦਾ ਸਰੀਰ ਦਾ ਜਿਹੜਾ ਦੁੱਖ ਹੈ ਦਰਦ ਹੈ ਉਹ ਚਲਿਆ ਜਾਂਦਾ ਹੈ। ਜੇ ਕੋ ਆਪਣੀ ਸੋਭਾ ਲੋਰੈ, ਜਿਹੜਾ ਕੋਈ ਆਪਣੀ ਸੋਭਾ ਵਡਿਆਈ ਦੀ ਇੱਛਾ ਲੋਰੈ ਲੋਚਦਾ ਹੈ ਕਿ ਮੇਰੀ ਵਡਿਆਈ ਹੋਵੇ, ਸਾਧ ਸੰਗ ਇਹ ਹਉਮੈ ਛੋਰੈ, ਉਹ ਸਾਧ ਸੰਗਤ ਵਿੱਚ ਮਿਲ ਕੇ ਇਹ ਦੇਹ ਦੀ ਹਉਮੈ ਹੰਗਤਾ ਛੱਡ ਦੇਵੇ, ਦੇਹ ਦਾ ਹੰਕਾਰ ਛੱਡ ਦੇਵੇ, ਤਾਂ ਉਸ ਦੀ ਵਡਿਆਈ ਹੋਣ ਲੱਗ ਜਾਂਦੀ ਹੈ। ਜੇ ਕੋ ਜਨਮ ਮਰਨ ਤੇ ਡਰੈ, ਜਿਹੜਾ ਕੋਈ ਜੰਮਣ ਮਰਨ ਤੋਂ ਡਰਦਾ ਹੈ, ਜੰਮਣ ਮਰਨ ਤੇ ਭੈ ਕਰਦਾ ਹੈ, ਸਾਧ ਜਨਾਂ ਕੀ ਸਰਨੀ ਪਰੈ, ਉਹ ਸਾਧ ਸੰਤ ਜਨਾਂ ਦੀ ਸਰਨੀ ਓਟ ਪੈਣਾ ਕਰੇ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਜਿਸ ਜਨ ਜਿਸ ਪੁਰਖ ਨੂੰ ਹਰੀ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸਾ ਹੈ ਤੇ ਹੈ, ਨਾਨਕ ਤਾਂ ਕਹਿ ਬਲ ਬਲ ਜਾਸਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਉਸ ਦੇ ਉੱਪਰੋਂ ਬਲਹਾਰ ਕੁਰਬਾਨ ਜਾਂਦਾ ਹਾਂ, ਜਿਸ ਪੁਰਖ ਨੂੰ ਹਰੀ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸਾ ਹੈ, ਤਰੇ ਹੈ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਮੈਂ ਉਸ ਪੁਰਖ ਦੇ ਉੱਪਰੋਂ ਬਲਹਾਰ ਕੁਰਬਾਨ ਜਾਂਦਾ ਹਾਂ, ਜਿਹੜਾ ਪਰਮੇਸ਼ਰ ਦੇ ਦਰਸ਼ਨਾਂ ਦੀ ਆਸਾ ਰੱਖਦਾ ਹੈ। ਸਾਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਗਲ ਸਾਰਿਆਂ ਪੁਰਖ ਪੁਰਸ਼ਾਂ ਵਿੱਚੋਂ ਉਹ ਪੁਰਸ਼ ਪ੍ਰਧਾਨ ਮੁਖੀ ਹੈ। ਸਾਧ ਸੰਗ ਜਾਂ ਕੈ ਮਿਟੈ ਅਭਿਮਾਨ, ਜਿਸ ਦਾ ਸਾਧ ਸੰਗਤ ਵਿੱਚ ਮਿਲ ਕੇ ਅਭਿਮਾਨ ਮਿਟਿਆ ਹੈ, ਹੰਕਾਰ ਮਿਟਿਆ ਹੈ, ਉਹ ਸਾਰਿਆਂ ਪੁਰਖਾਂ ਵਿੱਚੋਂ ਪ੍ਰਧਾਨ ਮੁਖੀ ਹੈ। ਜਿਸ ਦਾ ਸਾਧ ਸੰਗਤ ਵਿੱਚ ਮਿਲ ਕੇ ਅਭਿਮਾਨ ਮਿਟ ਗਿਆ ਹੈ, ਹੰਕਾਰ ਮਿਟਿਆ ਹੈ। ਆਪਸ ਕੋ ਜੋ ਜਾਣੈ ਨੀਚਾ, ਜਿਹੜਾ ਆਪਸ ਆਪਣੇ ਆਪ ਨੂੰ ਸਾਰਿਆਂ ਤੋਂ ਨੀਚਾ ਨੀਵਾਂ ਜਾਣਦਾ ਹੈ, ਭਾਵ ਸਾਰਿਆਂ ਦੀ ਚਰਨ ਧੂੜੀ ਬਣਿਆ ਰਹਿੰਦਾ ਹੈ, ਸੋ ਗਨੀਐ ਸਭ ਤੇ ਉੱਚਾ। ਮਹਾਰਾਜ ਜੀ ਕਹਿਣ ਲੱਗੇ, ਉਹੀ ਸਾਰਿਆਂ ਤੋਂ ਉੱਚਾ ਸ੍ਰੇਸ਼ਟ ਗਿਣਿਆ ਜਾਂਦਾ ਹੈ। ਜਿਹੜਾ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਜਾਣਦਾ ਹੈ, ਸਾਰਿਆਂ ਦੀ ਚਰਨ ਧੂੜੀ ਬਣਿਆ ਰਹਿੰਦਾ ਹੈ, ਉਹੀ ਸਾਰਿਆਂ ਤੋਂ ਉੱਚਾ ਸ੍ਰੇਸ਼ਟ ਗਿਣਿਆ ਜਾਂਦਾ ਹੈ। ਜਾਂ ਕਾ ਮਨ ਹੋਏ ਸਗਲ ਕੀ ਰੀਨਾ, ਜਿਸ ਦਾ ਮਨ, ਜਿਸ ਦਾ ਅੰਤਸਕਰਨ ਸਾਰਿਆਂ ਦੀ ਚਰਨ ਰੀਨਾ ਹੁੰਦਾ, ਧੂੜੀ ਬਣ ਜਾਂਦਾ ਹੈ। ਜਿਸ ਪੁਰਸ਼ ਦਾ ਹਿਰਦਾ ਸਾਰਿਆਂ ਦੀ ਚਰਨ ਧੂੜੀ ਬਣ ਜਾਂਦਾ ਹੈ। ਹਰ ਹਰ ਨਾਮ ਤਿਨ ਘਟ ਘਟ ਚੀਨਾ,
ਕਿ ਸਭ ਨੂੰ ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਹੀ ਉਸ ਨੇ ਸਾਰਿਆਂ ਘਟਾਂ ਘਟਾਂ ਵਿੱਚ ਪਰਮੇਸ਼ਰ ਨੂੰ ਵਿਆਪਕ ਚੀਨਿਆ, ਵਿਆਪਕ ਜਾਣਿਆ ਹੈ। ਮਨ ਆਪਣੇ ਤੇ ਬੁਰਾ ਮਟਾਨਾ। ਮਹਾਰਾਜ ਜੀ ਸਮਝਾ ਰਹੇ ਹਨ, ਜਿਸ ਨੇ ਆਪਣੇ ਮਨ, ਆਪਣੇ ਹਿਰਦੇ ਤੋਂ ਭੈੜਾ ਸੁਭਾਅ ਮਿਟਾ ਲਿਆ ਹੈ। ਮਨ ਆਪਣੇ ਤੇ ਬੁਰਾ ਮਿਟਾਨਾ, ਜਿਸ ਨੇ ਆਪਣੇ ਮਨ ਤੋਂ, ਹਿਰਦੇ ਤੋਂ ਭੈੜਾ ਸੁਭਾਅ ਮਿਟਾ ਲਿਆ ਹੈ। ਪੇਖੈ ਸਗਲ ਸ੍ਰਿਸ਼ਟ ਸਾਜਨਾ। ਉਹ ਸਗਲ ਸਾਰੀ ਸ੍ਰਿਸ਼ਟ ਦੁਨੀਆ ਨੂੰ ਸਾਜਣਾ, ਸੱਜਣ ਕਰਕੇ ਵੇਖਦਾ ਹੈ। ਜਿਸ ਨੇ ਆਪਣੇ ਹਿਰਦੇ ਤੋਂ ਭੈੜਾ ਸੁਭਾਅ ਮਿਟਾ ਲਿਆ ਹੈ, ਉਹ ਸਾਰੀ ਦੁਨੀਆ ਨੂੰ ਸੱਜਣ ਜਾਣ ਕੇ ਵੇਖਦਾ ਹੈ। ਭਾਵ ਸਾਰੀ ਸ੍ਰਿਸ਼ਟੀ ਉਸ ਨੂੰ ਸੱਜਣ ਕਰਕੇ ਵੇਖਦੀ ਹੈ। ਸੂਖ ਦੁਖ ਜਨ ਸਮ ਦ੍ਰਿਸ਼ਟੇਤਾ। ਜਿਹੜਾ ਪੁਰਖ ਸੁਖ ਦੁੱਖ ਨੂੰ ਇਕਸਾਰ, ਭਾਵ ਇੱਕੋ ਜਿਹਾ ਦ੍ਰਿਸ਼ਟੇਤਾ ਦੇਖਦਾ ਹੈ, ਦੁੱਖ ਸੁੱਖ ਨੂੰ ਇੱਕ ਬਰਾਬਰ ਦੇਖਦਾ ਹੈ। ਨਾਨਕ ਪਾਪ ਪੁੰਨ ਨਹੀਂ ਲੇਪਾ। ਗੁਰੂ ਜੀ ਕਥਨ ਕਰਦੇ ਹਨ ਕਿ ਉਸ ਨੂੰ ਪਾਪ ਪੁੰਨ ਦਾ ਲੇਪਨ ਨਹੀਂ ਲੱਗਦਾ। ਜਿਹੜਾ ਪੁਰਸ਼ ਦੁੱਖ ਸੁੱਖ ਨੂੰ ਸਮ ਕਰ, ਇੱਕ ਬਰਾਬਰ, ਭਾਵ ਇੱਕੋ ਜਿਹਾ ਦ੍ਰਿਸ਼ਟੇਤਾ ਦੇਖਦਾ ਹੈ, ਗੁਰੂ ਜੀ ਕਥਨ ਕਰਦੇ ਹਨ ਕਿ ਉਸ ਨੂੰ ਪਾਪ ਪੁੰਨ ਦਾ ਲੇਪ ਨਹੀਂ ਲੱਗਦਾ। ਜੈਸਾ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਜੋ ਨਰ, ਜੋ ਪੁਰਖ ਦੁੱਖ ਮੈਂ ਦੁੱਖ ਨਹੀਂ ਮਾਨੈ, ਕਿ ਜਿਹੜਾ ਦੁੱਖ ਦੇ ਵਿੱਚ ਦੁੱਖ ਨਹੀਂ ਮੰਨਦਾ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਜਿਸ ਦਾ ਸੁੱਖਾਂ ਦੇ ਨਾਲ ਸਨੇਹ ਪਿਆਰ ਨਹੀਂ, ਅਰ ਭੈ ਨਹੀਂ ਮੰਨਦਾ, ਡਰ ਨਹੀਂ ਮੰਨਦਾ ਕਿ ਕਿਤੇ ਦੁੱਖ ਨਾ ਆ ਜਾਣ। ਕੰਚਨ ਮਾਟੀ ਮਾਨੈ, ਤੇ ਕੰਚਨ ਸੋਨੇ ਨੂੰ ਮਿੱਟੀ ਬਰਾਬਰ ਮੰਨਦਾ ਹੈ। ਉਸ ਨੂੰ ਕਿਸੇ ਵੀ ਕਿਸਮ ਦਾ ਲੇਪਨ ਨਹੀਂ ਲੱਗਦਾ, ਪਾਪ ਪੁੰਨ ਦਾ ਲੇਪਨ ਨਹੀਂ ਲੱਗਦਾ, ਪਾਪ ਪੁੰਨ ਤੋਂ ਪਰੇ ਹੋ ਜਾਂਦਾ ਹੈ। ਬ੍ਰਹਮ ਗਿਆਨ ਵਾਲੀ ਅਵਸਥਾ ਬਣ ਜਾਂਦੀ ਹੈ। ਨਿਰਧਨ ਕੋ ਧਨ ਤੇਰੋ ਨਾਉ। ਹੇ ਪਰਮੇਸ਼ਰ, ਨਿਰਧਨ, ਧਨ ਤੋਂ ਰਹਿਤ ਪੁਰਖ ਨੂੰ ਤੁਹਾਡਾ ਨਾਮ ਹੀ ਧਨ ਹੈ। ਨਿਰਧਨ ਕੋ ਧਨ ਤੇਰੋ ਨਾਉ। ਹੇ ਪਰਮੇਸ਼ਰ, ਨਿਰਧਨ, ਧਨ ਤੋਂ ਰਹਿਤ ਪੁਰਖ ਨੂੰ ਤੁਹਾਡਾ ਨਾਮ ਹੀ ਧਨ ਹੈ। ਜੈਸਾ ਕਿ ਕਹੈ ਕਬੀਰ, ਨਿਰਧਨ ਹੈ ਸੋਈ, ਜਾਂ ਕਿ ਹਿਰਦੈ ਨਾਮ ਨਾ ਹੋਈ। ਕਿ ਮਹਾਰਾਜ ਭਗਤ ਜੀ ਕਹਿਣ ਲੱਗੇ, ਨਿਰਧਨ ਹੈ ਸੋਈ, ਉਹੀ ਨਿਰਧਨ ਹੈ, ਉਹੀ ਧਨ ਤੋਂ ਵਾਂਝਾ ਹੈ। ਜਾਂ ਕੈ ਹਿਰਦੈ ਨਾਮ ਨਾ ਹੋਈ, ਕਿ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਹੈ, ਉਹ ਨਿਰਧਨ ਹੈ, ਧਨ ਤੋਂ ਰਹਿਤ ਹੈ। ਭਾਵ ਨਾਮ ਰੂਪੀ ਧਨ ਉਸ ਦੇ ਕੋਲ ਨਹੀਂ ਹੈ। ਨਿਥਾਵੇ ਕੋ ਥਾਓ, ਵਾਹਿਗੁਰੂ, ਨਿਥਾਵੇ ਕੋ ਨਾਉ ਤੇਰਾ ਥਾਓ। ਨਿਥਾਵੇ, ਥਾਂ ਹੀਨ ਪੁਰਖ ਨੂੰ ਤੁਹਾਡਾ ਨਾਮ ਹੀ ਥਾਓ ਹੈ, ਟਿਕਾਣਾ ਹੈ। ਕਿ ਹੇ ਪਰਮੇਸ਼ਰ, ਨਿਰਧਨ ਤੋਂ, ਨਿਰਧਨ, ਧਨ ਤੋਂ ਰਹਿਤ ਪੁਰਖ ਨੂੰ ਤੁਹਾਡਾ ਨਾਮ ਹੀ ਧਨ ਹੈ। ਨਿਥਾਵੇ, ਥਾਮ, ਥਾਂਹੀਣ ਪੁਰਖ ਨੂੰ ਤੁਹਾਡਾ ਨਾਮ ਹੀ ਥਾਓ ਹੈ, ਟਿਕਾਣਾ ਹੈ। ਨਿਮਾਨੇ ਕੋ ਪ੍ਰਭ ਤੇਰੋ ਮਾਨ। ਹੇ ਪਰਮੇਸ਼ਰ, ਨਿਮਾਣੇ ਮਾਣ ਤੋਂ ਰਹਿਤ ਪੁਰਖ ਨੂੰ ਤੁਹਾਡਾ ਨਾਮ ਹੀ ਮਾਣ ਰੂਪ ਹੈ। ਸਗਲ ਘਟਾਂ ਕੋ ਦੇਵਹੁ ਦਾਨ। ਕਿ ਸਾਰੇ ਘਟਾਂ, ਸਾਰੇ ਸਰੀਰਾਂ ਨੂੰ ਦਾਨ ਦੇਣ ਵਾਲੇ ਹੋ, ਸਾਰੇ ਹਿਰਦਿਆਂ ਨੂੰ ਬ੍ਰਹਮ ਗਿਆਨ ਦਾ ਦਾਨ ਦੇਣਾ ਕਰਦੇ ਹੋ। ਕਿ ਨਿਮਾਣੇ ਮਾਣ ਤੋਂ ਰਹਿਤ ਨੂੰ, ਹੇ ਪ੍ਰਭੂ ਪਰਮੇਸ਼ਰ, ਤੁਹਾਡੇ ਵੱਲੋਂ ਮਾਨ ਸਤਿਕਾਰ ਮਿਲਦਾ ਹੈ। ਗੁਰਮੁਖ ਹੋਵੈ ਤਾਣ ਰਹਿ ਨਿਤਾਣਿਆ। ਕਿ ਸਾਰੇ ਘਟਾਂ ਦੇ ਵਿੱਚ, ਸਾਰੇ ਘਟਾਂ, ਸਾਰੇ ਸਰੀਰਾਂ ਨੂੰ
ਦਾਨ ਦੇਣ ਵਾਲੇ ਹੋ। ਸਾਰੇ ਹਿਰਦਿਆਂ ਨੂੰ ਬ੍ਰਹਮ ਗਿਆਨ ਦਾ ਦਾਨ ਦੇਣਾ ਕਰਦੇ ਹੋ। ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਕਰਨ ਕਰਾਵਣ ਹਾਰ ਸੁਆਮੀ, ਹੇ ਸੁਆਮੀ ਪਰਮੇਸ਼ਰ ਤੁਸੀਂ ਸਾਰੇ ਕਾਰਜਾਂ ਦੇ ਕਰਨ ਕਰਾਉਣ ਵਾਲੇ ਸੁਆਮੀ ਮਾਲਕ ਹੋ। ਸਾਗਲ ਘਟਾਂ ਕੇ ਅੰਤਰਜਾਮੀ, ਤੁਸੀਂ ਸਾਗਲ ਸਾਰਿਆਂ ਦੇ ਘਟਾਂ ਸਾਰਿਆਂ ਦੇ ਹਿਰਦਿਆਂ ਦੀ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ ਹੋ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਕਿ ਤੁਸੀਂ ਹਰੇਕ ਦੇ ਅੰਦਰ ਦੀ ਜਾਣਨ ਵਾਲੇ ਹੋ ਤੇ ਸਾਰੇ ਕਾਰਜਾਂ ਨੂੰ ਕਰਾਉਣ ਵਾਲੇ ਹੋ। ਆਪਣੀ ਗਤ ਮਿਤ ਜਾਣੋ ਆਪੇ, ਆਪਣੀ ਗਤ ਗਤੀ ਦੀ ਮਿਤ ਮਰਜ਼ਾਦਾ ਤੁਸੀਂ ਆਪ ਹੀ ਜਾਣਦੇ ਹੋ। ਹੇ ਪਰਮੇਸ਼ਰ ਆਪਨ ਸੰਗ ਆਪ ਪ੍ਰਭ ਰਾਤੇ, ਹੇ ਪਰਮੇਸ਼ਰ ਤੁਸੀਂ ਆਪਣੇ ਆਪ ਦੇ ਨਾਲ ਆਪ ਦੇ ਸੰਗ ਆਪ ਹੀ ਭਗਤ ਰੂਪ ਹੋ ਕੇ ਰਾਤੇ ਰੰਗੇ ਹੋਏ ਹੋ। ਤੁਮਰੀ ਉਸਤਤ ਤੁਮ ਤੇ ਹੋਏ। ਹੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੁਹਾਡੀ ਉਸਤਤ ਤੁਹਾਡੀ ਵਡਿਆਈ ਤੁਹਾਡੇ ਤੋਂ ਹੀ ਹੋ ਸਕਦੀ ਹੈ, ਤੁਹਾਡੀ ਕਿਰਪਾ ਤੋਂ ਹੀ ਹੁੰਦੀ ਹੈ। ਨਾਨਕ ਅਵਰ ਨਾ ਜਾਣ ਸਕੋਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੋਰ ਕੋਈ ਤੁਹਾਡੀ ਵਡਿਆਈ ਨੂੰ ਜਾਣ ਨਹੀਂ ਸਕਦਾ। ਆਵਰ ਅਸਥਾਨ ਵਿੱਚ ਹੰਕਾਰ ਸਹਿਤ ਹੋ ਕੇ ਕੋਈ ਵੀ ਜਾਣ ਨਹੀਂ ਸਕਦਾ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਨਿਰਮਲ ਕਰਮ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਰਬ ਸਾਰਿਆਂ ਧਰਮਾਂ ਵਿੱਚੋਂ ਨਾਮ ਜਪਣਾ ਹੀ ਸ੍ਰੇਸ਼ਟ ਧਰਮ ਹੈ, ਉੱਤਮ ਧਰਮ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਸਰਬ ਸਾਰਿਆਂ ਧਰਮਾਂ ਵਿੱਚੋਂ ਨਾਮ ਜਪਣਾ ਹੀ ਸ੍ਰੇਸ਼ਟ ਉੱਤਮ ਧਰਮ ਹੈ। ਹਰ ਕੋ ਨਾਮ ਜਪ ਨਿਰਮਲ ਕਰਮ, ਕਿ ਹਰੀ ਪਰਮੇਸ਼ਰ ਦਾ ਨਾਮ ਜਪਣਾ ਹੀ ਸਾਰਿਆਂ ਕਰਮਾਂ ਵਿੱਚੋਂ ਨਿਰਮਲ ਕਰਮ ਹੈ, ਪਵਿੱਤਰ ਕਰਮ ਹੈ। ਸਾਗਲ ਕਿਰਿਆ ਮੈਂ ਊਤਮ ਕਿਰਿਆ, ਸਾਰੇ ਕਿਰਿਆ ਸਾਰੇ ਕੰਮਾਂ ਵਿੱਚੋਂ ਇਹੋ ਉੱਤਮ ਸ੍ਰੇਸ਼ਟ ਕਿਰਿਆ ਸ੍ਰੇਸ਼ਟ ਕਾਰਜ ਹੈ। ਜੋ ਸਾਧ ਸੰਗ ਦੁਰਮਤ ਮਲ ਹਿਰਿਆ, ਜੋ ਸਾਧ ਸੰਗ ਸਤ ਸੰਗਤ ਵਿੱਚ ਮਿਲ ਕੇ ਦੁਰਮਤ ਖੋਟੀ ਬੁੱਧੀ ਦੀ ਮੈਲ ਨੂੰ ਹਿਰਿਆ ਨਾਸ ਕਰਨਾ ਹੈ। ਇਹ ਸਾਰੇ ਕੰਮਾਂ ਵਿੱਚੋਂ ਉੱਤਮ ਸ੍ਰੇਸ਼ਟ ਕਾਰਜ ਹੈ, ਸ੍ਰੇਸ਼ਟ ਕੰਮ ਹੈ। ਜੋ ਸਤ ਸੰਗਤ ਵਿੱਚ ਮਿਲ ਕੇ ਖੋਟੀ ਬੁੱਧੀ ਦੀ ਮੈਲ ਨੂੰ ਨਾਸ ਕਰਨਾ ਹੈ। ਸਾਗਲ ਉਦਮ ਮੈਂ ਉਦਮ ਭਲਾ, ਸਾਗਲ ਸਾਰੇ ਉਦਮ ਯਤਨਾਂ ਵਿੱਚੋਂ ਸਾਰੇ ਯਤਨਾਂ ਵਿੱਚੋਂ ਹਰੀ ਪਰਮੇਸ਼ਰ ਦਾ ਨਾਮ ਜਪਣਾ ਹੀ ਭਲਾ ਹੈ, ਚੰਗਾ ਹੈ, ਉਦਮ ਹੈ। ਇਸ ਕਰਕੇ ਹਰ ਕਾ ਨਾਮ ਜਪੋ ਜੀ ਸਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਹਰੀ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਹਮੇਸ਼ਾ ਜਪਣਾ ਕਰੋ, ਕਿਉਂਕਿ ਪਰਮੇਸ਼ਰ ਦਾ ਨਾਮ ਜਪਣਾ ਹੀ ਸਾਰਿਆਂ ਯਤਨਾਂ ਵਿੱਚੋਂ ਚੰਗਾ ਉਦਮ ਹੈ। ਤੇ ਇਹੀ ਨਾਮ ਜਪਣ ਦਾ ਹੀ ਉਦਮ ਕਰਨਾ ਚਾਹੀਦਾ ਹੈ। ਸਾਗਲ ਬਾਣੀ ਮੈਂ ਅੰਮ੍ਰਿਤ ਬਾਣੀ, ਸਾਗਲ ਸਾਰੀਆਂ ਬਾਣੀ ਬਾਣੀਆਂ ਵਿੱਚੋਂ ਇਹੋ ਅੰਮ੍ਰਿਤ ਰੂਪ ਬਾਣੀ ਹੈ। ਇਸ ਲਈ ਇਸ ਬਾਣੀ ਵਿੱਚੋਂ ਹਰ ਕੋ ਜਸ ਸੁਨ ਰਸਨ ਬਖਾਨੀ, ਇਸ ਬਾਣੀ ਵਿੱਚੋਂ ਹਰੀ ਵਾਹਿਗੁਰੂ ਦਾ ਜਸ ਹਰੀ ਵਾਹਿਗੁਰੂ ਦਾ ਕੀਰਤਨ ਕੰਨਾਂ ਨਾਲ ਸ਼ਰਾਵਣ ਕਰੀਏ ਅਤੇ ਪ੍ਰੀਤ ਰੂਪ ਰਸਨਾ ਜਿਹਬਾ ਨਾਲ ਬਖਿਆਨ ਕਰੀਏ। ਸਾਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਸਾਰੀਆਂ ਬਾਣੀਆਂ ਵਿੱਚੋਂ ਇਹੋ ਅੰਮ੍ਰਿਤ ਰੂਪ ਬਾਣੀ ਹੈ। ਇਸ ਲਈ ਇਸ ਬਾਣੀ ਵਿੱਚੋਂ ਹਰੀ ਵਾਹਿਗੁਰੂ ਦਾ ਜਸ ਕੀਰਤਨ
ਕੰਨਾਂ ਨਾਲ ਸ਼ਰਾਵਣ ਕਰੀਏ ਅਤੇ ਪ੍ਰੀਤ ਰੂਪੀ ਜਿਹਬਾ ਨਾਲ ਬਖਿਆਨ ਕਰੀਏ ਉਸ ਪਰਮੇਸ਼ਰ ਦਾ। ਸਾਗਲ ਥਾਨ ਤੇ ਉਹ ਊਤਮ ਥਾਨ, ਸਾਰਿਆਂ ਥਾਵਾਂ ਤੋਂ ਉਹ ਉੱਤਮ, ਉਹ ਸ੍ਰੇਸ਼ਟ ਅਸਥਾਨ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਜਿਹ ਘਟ ਬਸੈ ਹਰ ਨਾਮ, ਜਿਸ ਘਟ ਹਿਰਦੇ ਵਿੱਚ ਹਰੀ ਵਾਹਿਗੁਰੂ ਦਾ ਨਾਮ ਵਸਦਾ ਹੈ, ਉਹ ਸਾਰਿਆਂ ਥਾਵਾਂ ਤੋਂ ਉੱਤਮ ਸ੍ਰੇਸ਼ਟ ਥਾਨ ਅਸਥਾਨ ਹੈ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਜਿਸ ਹਿਰਦੇ ਵਿੱਚ ਹਰੀ ਵਾਹਿਗੁਰੂ ਦਾ ਨਾਮ ਵਸਦਾ ਹੈ। ਇੱਥੇ ਤੀਸਰੀ ਪੌੜੀ ਦੀ ਸਮਾਪਤੀ ਹੋਈ। ਪੂਰੇ ਇਸ ਦੇ ਅੱਖਰ 1012, ਪੈਰਾਂ ਵਾਲੇ ਅੱਖਰ 18, ਅੱਧੇ ਅੱਖਰ 1, ਕੁੱਲ ਅੱਖਰ 1031 ਇਸ ਪੌੜੀ ਦੇ ਵਿੱਚ ਆਏ ਹਨ। ਇਸ ਸ਼ਬਦ ਦੇ ਇਸ ਅਸ਼ਟਪਦੀ ਦੇ ਵਿੱਚ ਆਏ ਹਨ। ਇੱਥੇ ਤੱਕ ਇਸ ਅਸ਼ਟਪਦੀ ਦੀ ਸਮਾਪਤੀ ਹੋਈ। ਸਮਾਂ ਹੋ ਚੁੱਕਿਆ ਹੈ। ਕੱਲ੍ਹ ਨੂੰ ਰਹਿੰਦੀ ਵਿਚਾਰ ਹੋਵੇਗੀ ਅਗਲੇ ਸ਼ਬਦ ਦੀ। ਮਹਾਰਾਜ ਕਿਰਪਾ ਕਰਨ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ। ਚੱਲਿਆ ਹੋਇਆ ਕਦਮ ਲੇਖੇ ਵਿੱਚ ਲਾਉਣ। ਗੁਰਸਿੱਖੀ ਦੀਆਂ ਨਾਮ ਦੀਆਂ ਦਾਤਾਂ ਬਖਸ਼ਣ ਮਹਾਰਾਜ। ਕਿ ਗੁਰਬਾਣੀ ਬੜੇ ਹੀ ਵਿਸਥਾਰ ਦੇ ਨਾਲ ਨਾਮ ਜਪਣ ਦਾ ਉਪਰਾਲਾ ਦੱਸਦੀ ਹੈ ਕਿ ਨਾਮ ਜਪਣਾ ਚਾਹੀਦਾ ਹੈ। ਸਭ ਤੋਂ ਚੰਗਾ ਕਰਮ ਹੈ ਜਿਹੜਾ ਨਾਮ ਜਪਣ ਦਾ ਹੈ। ਚੰਗਾ ਉਦਮ ਹੈ ਜਿਹੜਾ ਪਰਮੇਸ਼ਰ ਦੇ ਨਾਮ ਜਪਣ ਦਾ ਹੈ। ਇਸ ਕਰਕੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਹਮੇਸ਼ਾ ਜਪਣਾ ਚਾਹੀਦਾ ਹੈ। ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋਣਾ ਹੈ। ਇਹ ਜੀਵ ਆਪਣਾ ਮਨੁੱਖਾ ਜਨਮ ਦੇ ਰਾਹੀਂ 84 ਲੱਖ ਜੂਨਾਂ ਦਾ ਜਿਹੜਾ ਗੇੜ ਕੱਟਣ ਵਾਸਤੇ ਆਇਆ ਹੈ, ਪਰ ਇੱਥੇ ਆ ਕੇ ਭੁੱਲ ਜਾਂਦਾ ਹੈ। ਇਸ ਸੰਸਾਰੀ ਕੰਮਾਂ ਦੇ ਵਿੱਚ ਪੈ ਕੇ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਹੈ। ਮੁੜ ਕੇ ਫੇਰ ਉਸੇ 84 ਲੱਖ ਦੇ ਗੇੜ ਦੇ ਵਿੱਚ ਪੈ ਜਾਂਦਾ ਹੈ। 84 ਲੱਖ ਗੇੜ ਦੇ ਬਾਅਦ ਫੇਰ ਕਿਤੇ ਮਨੁੱਖਾ ਜਨਮ ਦੀ ਵਾਰੀ ਆਉਂਦੀ ਹੈ। ਇਸ ਵਾਰੀ ਦੇ ਵਿੱਚ ਹੀ ਇਹ ਮਨੁੱਖਾ ਜਨਮ ਦੇ ਰਾਹੀਂ ਪਰਮੇਸ਼ਰ ਨਾਲ ਮਿਲਾਪ ਹੋਣਾ ਹੈ। ਮਿਲ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਕਿ ਇਹ ਤੈਨੂੰ ਵਾਰੀ ਮਿਲੀ ਹੈ। ਇਸ ਵਾਰੀ ਦੇ ਵਿੱਚ ਹੀ ਪਰਮੇਸ਼ਰ ਦੇ ਨਾਲ ਮਿਲ ਕੇ ਆਪਣਾ ਜੀਵਨ ਸਫਲਾ ਕਰ ਲੈ। ਅਵਰ ਕਾਜ ਤੇਰੇ ਕਿਤੇ ਨਾ ਕਾਮ। ਜਿਹੜੇ ਹੋਰ ਖੋਟੇ ਕਰਮ ਕਰਦਾ ਹੈ, ਇਹ ਕਰਮ ਨਹੀਂ ਕਰਨੇ ਚਾਹੀਦੇ। ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ। ਆਓ ਸਮਾਂ ਹੋ ਚੁੱਕਿਆ ਹੈ। ਮਹਾਰਾਜ ਕਿਰਪਾ ਕਰਨ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ